ਮੰਗੇ ਦਿਲ ਦੇਵਾਂ ਜਾਨ ਮੰਗੇ ਜਾਨ ਦੇਵਾਂ ਤਾਂ ਵੀ ਮੰਨਦਾ ਨੀ ਪੁੱਤ ਸਰਦਾਰਾਂ ਦਾ ਮੰਨਦਾ ਨੀ ਪੁੱਤ ਸਰਦਾਰਾਂ ਦਾ ਨੀ ਉਹ ਮੁੱਲ ਨਹੀਂ ਜਾਣਦਾ ਨੀ ਉਹ ਮੁੱਲ ਨਹੀਂ ਜਾਣਦਾ ਯਾਰਾਂ ਦਾ ਲੋੜ ਪੈਣ ਤੇ ਪਹਿਲਾਂ ਬਾਰੀਆਂ ਖੋਲਾਂਗੇ ਅਗਰ ਬਾਰੀਆਂ ਖੋਲ੍ਹਣ ਨਾਲ ਗੱਲ ਨਾ ਬਣੇ ਫਿਰ ਅਸੀਂ ਬੂਹੇ ਖੋਲਾਂਗੇ ਵੀ ਆਪਾਂ ਕਹਾਂਗੇ ਜੀ ਜੇ ਸਾਡੇ ਬਲੱਡ ਦੇ ਰਿਸ਼ਤੇ ਹੋਣਗੇ ਤਾਂ ਮਾੜੇ ਟਾਈਮ ਤੇ ਉਹ ਖੜਨਗੇ ਸਹੀ ਮਾਇਨੇ 'ਚ ਇਨਸਾਨ ਦੇ ਨਾਲ ਖੜਨਾ ਬਹੁਤ ਜ਼ਰੂਰੀ ਹੈ ਮਰਦ ਕਹਿੰਦਾ ਵੀ ਔਰਤ ਮੇਰੇ ਪੈਰ ਦੀ ਜੁੱਤੀ ਹੈ ਜੁੱਤੀ ਤੋਂ ਬਗੈਰ ਤੂੰ ਤੁਰ ਕੇ ਦਿਖਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਜਸਵਿੰਦਰ ਕਿੱਥੇ ਬਹਿ ਕੇ ਕੀ ਨੋਟ ਕਰ ਲੈਂਦੀ ਹੈ ਮੈਨੂੰ ਲੱਗਦਾ ਤੁਹਾਨੂੰ ਖੁਦ ਨੂੰ ਵੀ ਉਹ ਚੀਜ਼ ਨਹੀਂ ਯਾਦ ਹੋਣੀ ਬੂਹੇ ਬਾਰੀਆਂ ਅਸੀਂ ਸੌਂਗ ਸੁਣਿਆ ਜੋ ਕਿ ਬਹੁਤ ਫੇਮਸ ਹੈ ਹੁਣ ਬੂਹੇ ਬਾਰੀਆਂ ਮੂਵੀ ਆ ਰਹੀ ਹੈ ਵਿਥ all the women in the lead cast with Neeru Bajwa sitting just next to me and here I have Jaswinder Brar ma'am and the surprise is that other than singing a song for the movie she's also acted in the movie so ਅਸੀਂ ਤੁਹਾਡੇ ਨਾਲ ਤੁਹਾਨੂੰ ਪੁੱਛਦੇ ਹਾਂ ਇਸ ਮੂਵੀ ਦਾ ਨਾਮ ਬੂਹੇ ਬਾਰੀਆਂ ਕਿਉਂ ਹੈ ਮੈਂ ਸੋਚਦੀ ਹਾਂ ਵੀ ਅੱਗੇ ਜਦੋਂ ਬਜ਼ੁਰਗ ਘਰ ਬਣਾਉਂਦੇ ਹੁੰਦੇ ਸੀ ਨਾ ਤੇ ਬੂਹਾ ਬਣਦਾ ਸੀ ਤੇ ਬਜ਼ੁਰਗ ਆ ਕੇ ਮਿਸਤਰੀਆਂ ਨੂੰ ਕਹਿ ਦਿੰਦੇ ਹੁੰਦੇ ਸੀ ਵੀ ਬਾਰੀਆਂ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਹੈ ਨਾ ਹਵਾ ਆਉਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਕੱਲਾ ਬੂਹਾ ਰੱਖਤਾ ਕਿਸੇ ਵੇਲੇ ਬੂਹਾ ਬੰਦ ਕਰਨਾ ਪੈ ਗਿਆ ਤੇ ਹੁਮਸ ਹੋ ਜਾਣਾ ਆਕਸੀਜਨ ਦੀ ਕਮੀ ਹੋ ਜਾਣੀ ਹੈ ਨਾ ਘੁੱਟਣ ਹੋਣੀ ਆ ਤੇ ਇਸੇ ਕਰਕੇ ਬਾਰੀਆਂ ਰੱਖਦੇ ਸੀ ਬੂਹਿਆਂ ਦੇ ਨਾਲ ਤੇ ਅਸੀਂ ਫਿਲਮ ਦਾ ਨਾਂ ਰੱਖਿਆ ਬੂਹੇ ਬਾਰੀਆਂ ਵੀ ਲੋੜ ਪੈਣ ਤੇ ਪਹਿਲਾਂ ਬਾਰੀਆਂ ਖੋਲਾਂਗੇ ਅਗਰ ਬਾਰੀਆਂ ਖੋਲ੍ਹਣ ਨਾਲ ਗੱਲ ਨਾ ਬਣੇ ਫਿਰ ਅਸੀਂ ਬੂਹੇ ਖੋਲਾਂਗੇ ਹੈ ਨਾ ਫਿਰ ਦੋਨੇ ਖੋਲਾਂਗੇ ਇਸੇ ਕਰਕੇ ਇਕੱਲੇ ਬੂਹੇ ਨੂੰ ਕਦੇ ਕਮਾਂਡ ਨਹੀਂ ਕਰਨਾ ਚਾਹੀਦਾ ਵੀ ਮੈਂ ਬੂਹਾ ਮੈਂ ਪਹਿਰੇਦਾਰ ਮੈਂ ਬੰਦ ਹੋ ਗਿਆ ਬਾਰੀਆਂ ਦਾ ਬਹੁਤ ਤਕੜਾ ਰੋਲ ਹੁੰਦਾ ਜ਼ਿੰਦਗੀ ਜਿਉਣ ਵਾਸਤੇ ਤੇ ਇਹ ਫਿਲਮ ਬਣਾਈ ਤਾਂ ਗਈ ਹੈ ਹੋਂਦ ਬਾਰੀਆਂ ਦੀ ਹੋਂਦ ਹੈ ਨਾ ਫੀਮੇਲ ਦੀ ਹੋਂਦ ਭਾਵੇਂ ਉਹ ਮਾਂ ਹੈ ਭਾਵੇਂ ਉਹ ਭਾਬੀ ਹੈ ਭਾਵੇਂ ਉਹ ਲਵਰ ਹੈ ਹੈ ਨਾ ਭਾਵੇਂ ਉਹ ਇੱਕ ਪਤਨੀ ਹੈ ਜਿੱਥੇ ਕਿਤੇ ਵੀ ਫੀਮੇਲ ਆ ਗਈ ਉਹਦੀ ਹੋਂਦ ਨੂੰ ਦਿਖਾਇਆ ਗਿਆ ਵੀ ਦਬਾਓ ਨਾ ਜਿਹੜਾ ਵੀ ਆਰਟ ਹੈ ਤੁਹਾਡੇ 'ਚ ਜਿਵੇਂ ਤੁਸੀਂ ਜ਼ਿੰਦਗੀ ਨੂੰ ਜਿਉਣਾ ਚਾਹੁੰਦੇ ਇਹ ਨਹੀਂ ਵੀ ਇਸ ਫਿਲਮ 'ਚ ਅਸੀਂ ਇਹ ਪ੍ਰਮੋਟ ਕੀਤਾ ਵੀ ਤੁਸੀਂ ਮਾੜੇ ਤਰੀਕੇ ਨਾਲ ਜਿਉਣਾ ਚਾਹੁੰਦੇ ਜਿੰਨਾ ਸਾਡਾ ਕਲਚਰ ਕਿਉਂਕਿ ਔਰਤ ਆਪਦੀ ਇੱਜ਼ਤ ਦੀ ਰਾਖੀ ਖੁਦ ਕਰਨਾ ਜਾਣਦੀ ਆ ਔਰਤ 'ਚ ਬਹੁਤ ਪਾਵਰ ਹੈ ਮੈਂ ਕਹਿੰਦੀ ਵੀ ਉਸ ਔਰਤ ਨੂੰ ਤੇ ਤੁਸੀਂ ਭਰੋਸਾ ਕਿਉਂ ਨਹੀਂ ਕਰਦੇ ਜਿਹਨੇ ਸੂਰਮੇ ਜਾਏ ਸਾਡੇ ਪੀਰ ਫਕੀਰ ਜਾਏ ਸਾਡੀਆਂ ਪਾਤਸ਼ਾਹੀਆਂ ਨੂੰ ਜਨਮ ਦਿੱਤਾ ਤੇ ਫਿਰ ਉਸ ਔਰਤ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਸਾਨੂੰ ਵਿਸ਼ਵਾਸ ਨਹੀਂ ਪੰਜੇ ਉਂਗਲੀਆਂ ਇੱਕ ਸਾਰ ਵੀ ਨਹੀਂ ਪਰ ਇਹ ਉਹਨਾਂ ਮਰਦਾਂ ਲਈ ਆ ਜਿਹੜੇ ਔਰਤ ਨੂੰ ਰਿਸਪੈਕਟ ਨਹੀਂ ਦਿੰਦੇ ਹੈ ਨਾ ਜਾਂ ਰਿਸਪੈਕਟ ਦਿੰਦੇ ਆ ਸਮਾਜ ਤੋਂ ਡਰਦੇ ਉਹਨੂੰ ਬਾਹਰ ਨਹੀਂ ਕੱਢਣਾ ਚਾਹੁੰਦੇ ਵੀ ਰਿਸ਼ਤੇਦਾਰ ਕੀ ਕਹਿਣਗੇ ਸਮਾਜ ਕੀ ਕਹੂਗਾ ਇਹ ਉਹ ਸਾਰੀਆਂ ਤਾਰਾਂ ਨੂੰ ਉਹ ਬਾੜ ਨੂੰ ਤੋੜ ਕੇ ਬਾਹਰ ਨਿਕਲਣ ਦਾ ਤਰੀਕਾ ਹੈ ਬੂਹੇ ਬਾਰੀਆਂ ਤੇ ਇਹਦੇ 'ਚ ਮਤਲਬ ਜੋ ਟੀਮ ਨਹਿਰੂ ਜੀ ਨੇ ਜਗਦੀਪ ਬੜਿੰਗ ਜੀ ਨੇ ਇਕੱਠੀ ਕੀਤੀ ਹੈ ਇਹਦੇ 'ਚ ਸਭ ਤੋਂ ਵੱਡੀ ਇੱਕ ਮੇਨ ਗੱਲ ਮੈਨੂੰ ਜਿਹੜੀ ਟੱਚ ਕੀਤੀ ਹੈ ਵੀ ਜ਼ਰੂਰੀ ਨਹੀਂ ਵੀ ਆਪਣੇ ਖੂਨ ਦੇ ਰਿਸ਼ਤੇ ਹੀ ਆਪਣੇ ਨਾਲ ਖੜਨਗੇ ਵੀ ਆਪਾਂ ਕਹਾਂਗੇ ਜੀ ਜੇ ਸਾਡੇ ਬਲੱਡ ਦੇ ਰਿਸ਼ਤੇ ਹੋਣਗੇ ਤਾਂ ਮਾੜੇ ਟਾਈਮ 'ਤੇ ਉਹ ਖੜਨਗੇ ਸਹੀ ਮਾਇਨੇ 'ਚ ਇਨਸਾਨ ਦੇ ਨਾਲ ਖੜਨਾ ਬਹੁਤ ਜ਼ਰੂਰੀ ਹੈ ਇਹਦੇ 'ਚ 1 ਤੋਂ 2 2 ਤੋਂ 3 ਫਿਰ ਪੂਰਾ ਮਤਲਬ ਇੱਕ ਪਿੰਡ ਵਸ ਜਾਂਦਾ ਜਿਹੜਾ ਇੱਕ ਦੂਜੇ ਦਾ ਸਾਥ ਦਿੰਦਾ ਫੀਮੇਲ ਦਾ ਸਭ ਤੋਂ ਵੱਡੀ ਇਹ ਚੀਜ਼ ਦਿਖਾਈ ਗਈ ਆਪਦੀ ਹੋਂਦ ਲਈ ਲੜਦੀ ਦਿਖਾਈ ਗਈ ਔਰਤ ਭਾਵੇਂ ਉਹ ਮਾਂ ਹੈ ਭਾਵੇਂ ਉਹ ਪਤਨੀ ਹੈ ਭਾਵੇਂ ਉਹ ਵਾਈਫ ਹੈ ਭਾਵੇਂ ਉਹ ਲਵਰ ਹੈ ਵੀ ਇਹ ਨਾ ਸਮਝੇ ਵੀ ਪੈਰ ਦੀ ਜੁੱਤੀ ਹੈ ਜੇ ਪੈਰ ਦੀ ਜੁੱਤੀ ਮੰਨ ਲਓ ਪੈਰ ਦੀ ਜੁੱਤੀ ਹੈ ਜੇ ਪੈਰ ਦੀ ਜੁੱਤੀ ਪੈਰਾਂ 'ਚ ਨਾ ਹੋਏ ਮਰਦ ਦੇ ਤੇ ਪੈਰਾਂ 'ਚ ਛਾਲੇ ਵੀ ਤਾਂ ਹੋਣਗੇ ਕੰਡੇ ਵੀ ਚੁੱਭਣਗੇ ਰੋੜ ਵੀ ਚੁੱਭਣਗੇ ਫਿਰ ਮਰਦ ਕਿੱਥੇ ਜਾਊਗਾ ਮੈਂ ਮੰਨ ਲਓ ਮੈਂ ਜੁੱਤੀ 'ਤੇ ਹੀ ਆ ਗਈ ਮਰਦ ਕਹਿੰਦਾ ਵੀ ਔਰਤ ਮੇਰੇ ਪੈਰ ਦੀ ਜੁੱਤੀ ਹੈ ਜੁੱਤੀ ਤੋਂ ਬਗੈਰ ਤੂੰ ਤੁਰ ਕੇ ਦਿਖਾ ਜੁੱਤੀ ਤੋਂ ਤੂੰ ਬਗੈਰ ਤੂੰ ਪਹਾੜ ਚੜ੍ਹ ਕੇ ਦਿਖਾ ਤੇਰੇ ਪੈਰ ਜ਼ਖਮੀ ਹੋ ਜਾਣਗੇ ਹੈ ਨਾ ਉਹ ਪੇਨ ਤੇਰੇ ਮਾਈਂਡ ਤੱਕ ਜਾਊਗਾ ਤੇ ਉਹ ਪੇਨ ਜਦੋਂ ਤੇਰੇ ਮਾਈਂਡ ਤੱਕ ਜਾਊਗਾ ਤੈਨੂੰ ਮੈਂਟਲ ਕਰ ਦੂ ਤੈਨੂੰ ਹਰਾਸ਼ਮੈਂਟ ਕਰੂ ਇਸੇ ਕਰਕੇ ਹਰ ਚੀਜ਼ ਦੀ ਆਪਣੀ ਆਪਣੀ ਹੋਂਦ ਤੇ ਜਿਵੇਂ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਕਿ ਵੀ ਇਹ ਮੂਵੀ ਕਿਸ ਬਾਰੇ ਹੈ ਤੁਸੀਂ ਕਲੀਜੋਟਾ ਵੀ ਕੀਤਾ ਫਿਰ ਉਹੀ ਟੀਮ ਵਾਪਸ ਆਈ ਹੈ ਐਂਡ ਇਟਸ ਅ ਫੀਮੇਲ ਸੈਂਟਰਿਕ ਫਿਲਮ ਵਿਚ ਆਈ ਫੀਲ ਯੂ ਐਨੀਵੇ ਆਰ ਦੇਅਰ ਟੂ ਪ੍ਰਮੋਟ ਸੱਚ ਸਬਜੈਕਟਸ ਤੇ ਜਦੋਂ ਤੁਸੀਂ ਇਸ ਮੂਵੀ 'ਚ ਰੋਲ ਪੁਲਿਸ ਆਫਿਸਰ ਦਾ ਨਿਭਾਉਣਾ ਸੀਗਾ ਤੇ this is not the first time you're playing a police officer but ਇਹਦੇ ਵਿੱਚ ਥੋੜ੍ਹਾ ਜਿਹਾ you like very strict and डिफरेंस भी है एक्सेंट्रिक थोड़ा यूनिक कैरेक्टर है एंड पहला मैं वैंकूवर पुलिस का रोल किया सी जो टिपिकल यू नो पुलिस ऑफिसर होंदी आ बट ਇਹਦੇ 'ਚ ਮੇਰਾ कैरेक्टर बिल्कुल ही अलग है एंड आई हैड टू स्टेप आउट ऑफ माई कंफर्ट जोन बट
ਇਹਦਾ ਕ੍ਰੈਡਿਟ ਮੈਂ ਆਪਣੇ ਰਾਈਟਰ ਨੂੰ ਦੇਣਾ ਚਾਹੁੰਦੀ ਹਾਂ ਬਿਕਾਜ਼ ਹੀ ਡਿਜ਼ਾਈਨ ਦਿਸ ਕੈਰੈਕਟਰ ਬੋਡੀ ਲੈਂਗੁਏਜ ਦ ਵੇ ਸ਼ੀ ਸਪੀਕਸ ਜਦੋਂ ਤੁਸੀਂ ਫਿਲਮ ਦੇਖੋਗੇ ਆਈ ਥਿੰਕ ਯੂ ਵਿਲ ਰੀਲੀ enjoy the other things that she does. Speaking of the things that your character does, I've seen the trailer and it ends with this dance that's just, you know, winning the internet and how. So, what took for you to get into that mode? Honestly, I think it's just my family members have probably seen that dance of mine, and now the world has. So, but I'm so lucky that Jagdeep visualizes me in all these different characters and these strong characters, and I'm so lucky that I'm getting all these beautiful opportunities कि मैं मतलब अलग अलग roles करा. So, and especially at, you know, someone said my golden period. I think I've just started. Yeah. And talking about the subject, being a woman yourself and a mother of 3 daughters, what is it that you think should change in the society, and what is the message that this movie has? All we want is equal playing field. That's all we want. We just want respect. ਬਸ ਸਾਨੂੰ ਹੋਰ ਕੁਝ ਚਾਹੀਦਾ ਨਹੀਂ, ਰਿਸਪੈਕਟ ਐਂਡ ਇਕੁਅਲ ਮਤਲਬ ਜੋ ਅਸੀਂ ਕਰਨਾ ਚਾਹੁੰਦੇ ਸਾਨੂੰ ਕਰਨ ਦਿਓ. ਐਂਡ ਅਗੇਨ ਜਿਵੇਂ ਮੈਮ ਨੇ ਕਿਹਾ ਸੀ ਇਹ ਨਹੀਂ ਕਹਿ ਰਹੇ ਕਿ ਮਤਲਬ ਯੂ ਨੋ promoting misguiding women or anything. It's simple things that ਸਾਨੂੰ ਵੀ ਆਪਣੀ livelihood ਕਮਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਕਿਉਂਕਿ I think financial independence is the most important thing. And ਜਦੋਂ ਤੁਸੀਂ ਕਿਸੇ ਦੀ you know ਕਿਸੇ ਨੂੰ dependent ਬਣਾ ਦਿੰਦੇ ਹੋ you're basically cutting their wings and taking away their freedom. So yeah. And what about the movie? What is it that the movie highlights apart from this? Because one major thing is that I've noticed also that whenever a woman comes into a position of power, men get a little uncomfortable, insecure. They can't handle it. It's okay if a man comes in parallel to them, but they have a hard time taking orders from women from a higher post, or even if she's anywhere near them, they seem to not be able to handle that. And I think it har field ch hunda hai, film industry ch, pinda ch hunda hai, politics everywhere. So that's another big thing in our film as well. ਐਂਡ ਜਸਵਿੰਦਰ ਮੈਮ ਤੁਸੀਂ ਇਸ ਮੂਵੀ 'ਚ ਹਾਲੇ ਤੱਕ ਤਾਂ ਅਸੀਂ ਤੁਹਾਡੇ ਬੁਲੰਦ ਆਵਾਜ਼ ਵਿੱਚ ਗਾਣੇ ਸੁਣੇ ਤੇ ਹੁਣ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਪਰ ਤੁਸੀਂ ਇਸ ਮੂਵੀ 'ਚ ਐਕਟ ਵੀ ਕੀਤਾ ਤੁਹਾਡਾ ਕਿੱਦਾਂ ਰਿਹਾ ਐਕਸਪੀਰੀਅੰਸ ਐਕਟਿੰਗ ਦਾ ਪਹਿਲਾਂ ਮਤਲਬ ਇੱਕ ਜਿਹੜਾ ਡਰ ਬੈਠਿਆ ਸੀਗਾ ਮਤਲਬ ਇਹ ਲੱਗ ਗਿਆ ਸੀ ਵੀ ਨਹੀਂ ਮੂਵੀ ਪ੍ਰਤੀ ਮੇਰੀ ਸੋਚ ਹੀ ਬਦਲ ਗਈ ਸੀ ਵੀ ਨਹੀਂ ਬਸ ਉਹ ਜਿਹੜੀ ਸੋਚ ਆ ਬਿਲਕੁਲ ਪੋਜ਼ਿਟਿਵ ਹੋ ਗਈ ਮੈਨੂੰ ਲੱਗਿਆ ਹੀ ਨਹੀਂ ਵੀ ਮੈਂ ਰੋਲ ਕੀਤਾ ਮੈਨੂੰ ਐਂ ਲੱਗਿਆ ਵੀ ਜਿਵੇਂ ਆਪਾਂ ਘਰ 'ਚ ਬੈਠੇ ਨੋਰਮਲੀ ਗੱਲ ਕਰਦੇ ਅਤੇ ਸਾਰੀ ਟੀਮ ਨੇ ਮੇਰਾ ਸਾਥ ਦਿੱਤਾ ਨਾਲ ਮੈਡਮ ਭੰਗੂ ਮੈਡਮ ਸੀ ਰਿਸ਼ੀ ਮੈਡਮ ਸੀਗੇ ਜਿੰਨੇ ਵੀ ਰੂਪੀ ਮੈਡਮ ਉਹਨਾਂ ਨੇ ਮਤਲਬ ਜਿਹੜੇ ਮੈਂ ਥੋੜ੍ਹੇ ਜਿਹੇ ਡਾਇਲੌਗ ਬੋਲਿਆ ਉਹਨਾਂ ਨੇ ਮੈਨੂੰ ਪਹਿਲਾਂ ਹੀ ਕੰਫਰਟੇਬਲ ਕਰਤਾ ਜਸਵਿੰਦਰ ਇਹਨੂੰ ਤੂੰ ਐਂ ਵੀ ਬੋਲ ਸਕਦੀ ਹੈ ਇਹਦੇ ਲਈ ਤੂੰ ਐਂ ਵੀ ਕਰ ਸਕਦੀ ਹੈ ਬਹੁਤ ਸਪੋਰਟ ਮਿਲੀ ਤੁਹਾਨੂੰ ਨੀਰੂ ਦੇ ਨਾਲ ਕੰਮ ਕਰਕੇ ਕਿੱਦਾਂ ਲੱਗਿਆ ਤੁਹਾਡੇ ਦੋਨਾਂ ਦਾ ਆਪਸ ਵਿੱਚ ਜਦੋਂ ਤੁਸੀਂ ਮੂਵੀ 'ਚ ਕੰਮ ਕੀਤਾ ਉਹਦਾ ਐਕਸਪੀਰੀਅੰਸ ਤੁਸੀਂ ਦੋਨੋਂ ਸਾਡੇ ਨਾਲ ਸ਼ੇਅਰ ਕਰੋ ਮੈਂ ਲੌਂਗ ਲੈਚੀ 2 'ਚ ਮਦਰ ਦਾ ਰੋਲ ਕੀਤਾ ਸੀਗਾ ਅਤੇ ਉਦੋਂ ਜ਼ਿਆਦਾ ਗੱਲ ਕਰਨ ਦਾ ਟਾਈਮ ਨਹੀਂ ਮਿਲਦਾ ਸੀ ਕਿਉਂਕਿ ਟਾਈਮ 'ਤੇ ਆਉਂਦੇ ਸੀ ਨੀਰੂ ਜੀ ਹੈ ਨਾ ਪਰ ਮੈਨੂੰ ਸੋਹਣੇ ਬਹੁਤ ਲੱਗਦੇ ਹੁੰਦੇ ਸੀ ਮੈਂ ਸਾਡੇ ਅੱਡ ਰੂਮ ਹੁੰਦੇ ਸੀ ਅਤੇ ਜਦੋਂ ਮਤਲਬ ਪਤਾ ਲੱਗ ਜਾਂਦਾ ਨਾ ਵੀ ਮੈਂ ਮਤਲਬ ਥੋੜ੍ਹਾ ਜਿਹਾ ਗੇਟ ਖੋਲ੍ਹ ਕੇ ਦੇਖ ਲੈਂਦੀ ਅਤੇ ਕਈ ਵਾਰ ਮੇਰਾ ਜੀਅ ਵੀ ਕਰਦਾ ਵੀ ਮੈਂ ਜਾ ਕੇ ਕਹਾਂ ਵੀ ਮੈਂ ਫੋਟੋ ਫਿਰ ਇੱਕ ਮਤਲਬ ਮੈਂ ਜਦੋਂ ਬਹੁਤ ਜ਼ਿਆਦਾ ਨੇੜਿਓਂ ਦੇਖਿਆ ਇਹਨਾਂ ਨੂੰ ਨੀਰੂ ਜੀ ਆਪਣਾ ਟਿੱਬਿਆਂ 'ਤੇ ਸੀ ਸੁਬਾਹ 4 ਵਜੇ 4:30 ਵਜੇ ਤੁਹਾਡੇ ਮਤਲਬ ਪੂਰੀ ਦੁਲਹਨ ਦੀ ਡਰੈਸ ਪਾਈ ਹੋਈ ਸੀਗੀ ਹੈ ਨਾ ਉਹ ਸ਼ਾਰਟ ਸੀ ਪਾਕਿਸਤਾਨ ਤੋਂ ਹਿੰਦੁਸਤਾਨ ਦੇ ਹਾਂ ਅਤੇ ਉੱਥੇ ਮਤਲਬ ਇੰਨੀ ਕੁ ਗਰਮੀ ਸਿਰਫ ਐਡੀਆਂ ਮਤਲਬ ਝਾੜੀਆਂ ਬੂਟੀਆਂ ਸੀ ਇੱਕ ਛੋਟਾ ਜਿਹਾ ਦਰਖਤ ਸੀ ਪੂਰੀ ਟੀਮ ਮਤਲਬ ਉੱਥੇ ਧੁੱਪ 'ਚ ਬੈਠੀ ਹੋਈ ਸੀ ਅਤੇ ਮੈਂ ਕਿਹਾ ਭਾਈ ਵੀ ਸਾਨੂੰ ਤਾਂ ਆਦਤ ਆ ਹੈ ਨਾ ਵੀ ਅਸੀਂ ਤਾਂ ਗਰਮੀ 'ਚ ਖਾੜੇ ਲਾ ਹੀ ਲੈਂਦੇ ਹਾਂ ਪਸੀਨਾ ਵੀ ਆ ਹੀ ਜਾਂਦਾ ਅਤੇ ਜਦੋਂ ਨੀਰੂ ਜੀ ਆਈ ਅਤੇ ਟਮਾਟਰ ਵਰਗੇ ਹੋਏ ਪਏ ਉੱਤੋਂ ਲਾਲ ਡਰੈਸ ਅਤੇ ਮੈਂ ਕਰੀ ਜਾਵਾਂ ਬਸ ਇਹ ਤਾਂ ਨਹੀਂ ਬਚਦੇ ਅੱਜ ਅਤੇ ਇਹਨਾਂ ਨੇ ਬੜੇ ਆਰਾਮਦਾਰੀ ਨਾਲ ਕਿਹਾ ਨੋ ਆਈ ਮੈਨਸ ਮੈਂ ਕਿਹਾ ਕਮਾਲ ਪੇਸ਼ੈਂਸ ਦਿੱਤਾ ਅਤੇ ਉਸ ਤੋਂ ਬਾਅਦ ਮੈਨੂੰ ਮਤਲਬ ਜੇ ਕਿਤੇ ਮੈਂ ਥੋੜ੍ਹੀ ਬਹੁਤ ਆਕੜ ਕਰਨੀ ਵੀ ਚਾਹਾਂ ਅਤੇ ਐਟੀਟਿਊਡ ਦਿਖਾਉਣਾ ਵੀ ਚਾਹਾਂ ਤਾਂ ਮੇਰਾ ਖਿਆਲ ਉਸ ਪਲ ਤੋਂ ਬਾਅਦ ਮੈਂ ਜ਼ਿੰਦਗੀ 'ਚ ਨਹੀਂ ਦਿਖਾਊਂਗੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਜਸਵਿੰਦਰ ਕਿੱਥੇ ਬਹਿ ਕੇ ਕੀ ਨੋਟ ਕਰ ਲੈਂਦੀ ਹੈ ਮੈਨੂੰ ਲੱਗਦਾ ਤੁਹਾਨੂੰ ਖੁਦ ਨੂੰ ਵੀ ਉਹ ਚੀਜ਼ ਨਹੀਂ ਯਾਦ ਹੋਣੀ ਹੈ ਨਾ ਸਾਰੇ ਕਹਿਣ ਵੀ ਮਤਲਬ ਵੀ ਥੋੜ੍ਹਾ ਜਿਹਾ ਠੰਡ 'ਚ ਨਹੀਂ
ਆਏ ਮੈਂ ਨਹੀਂ ਕੁਝ ਹੋਰ ਹੋਇਆ ਸੀ ਮੈਨੂੰ ਉਹ ਯਾਦ ਉਹ ਬਾਅਦ ਚ I think ਅਸੀਂ ਸੁਣਨਾ ਚਾਹੁੰਦੇ ਹਾਂ your version of that story. ਉਹ ਨਹੀਂ ਦੱਸ ਸਕਦੇ ਉਹ ਕੁਝ But then it seems like something really funny. ਹਾਂ ਬਰੋ ਦੈਟਸ ਫॉर ਅਸ ਉਹ ਸਾਡੀ ਗੱਲ ਆ everything is not for camera ਹੁਣ ਤੁਹਾਡੇ ਫੈਨ ਸੋਚ ਰਹੇ ਹੋਣਗੇ ਵੀ ਕੀ ਹੈ ਜੋ ਸਾਨੂੰ ਨਹੀਂ ਦੱਸ ਰਹੇ. ਇਹ ਸਸਪੈਂਸ ਚ ਬੂਹੇ ਹਾਂ ਨਹੀਂ हाँ नहीं ना बड़े बूहे शहर- बारियां बड़े शहरों में छोटी छोटी बातें होती रहती है ਚਲੋ ਫਿਰ ਤੁਸੀਂ ਸਾਨੂੰ ਦੱਸੋ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਜਸਵਿੰਦਰ ਮੈਮ ਨਾਲ ਕੰਮ ਕਰਨ ਦਾ. It's an amazing experience ਜਸਵਿੰਦਰ ਮੈਮ ਇੰਸਪੀਰੇਸ਼ਨ ਆ ਆਈਕਨ ਹੈ ਇਹਨਾਂ ਨੂੰ ਦੇਖ ਕੇ ਮਤਲਬ ਆਇਰਨ ਲੇਡੀ ਆਈ ਨੋ ਇੱਕ ਜਰਨਲਿਸਟ ਨੇ ਮੈਨੂੰ ਕਿਹਾ ਸੀ ਬਟ ਆਈ ਲੁੱਕ ਐਟ ਹਰ ਐਂਡ ਆਈ ਫੀਲ ਲਾਈਕ ਵਾਟ ਅ ਸਟਰੋਂਗ ਵੂਮਨ ਇਹਨਾਂ ਦੀ ਜੋ ਜਰਨੀ ਹੈ ਜੋ ਇਹਨਾਂ ਨੇ ਐਕਸਪੀਰੀਅੰਸ ਕੀਤਾ ਹੈ ਲਾਈਫ ਸ਼ੀ ਇਜ਼ ਆਈ ਸਲੂਟ ਹਰ ਮਤਲਬ ਆਈ ਹੈਵ ਸੋ ਮਚ ਰਿਸਪੈਕਟ ਫॉर ਹਰ ਐਂਡ ਮੈਨੂੰ ਯਾਦ ਆ ਸੀ ਇਹ ਫਿਲਮ ਦੀ ਉਸ ਵਕਤ ਪਲਾਨ ਵੀ ਨਹੀਂ ਹੋਈ ਸੀ ਐਂਡ ਲੌਂਗ ਲਾਚੀ 2 ਤੋਂ ਬਾਅਦ ਵੀ ਮੈਂ ਇਨ ਟੱਚ ਰਹੀ ਸੀ ਮੈਨੂੰ ਪਤਾ ਸੀ ਕਿ ਇਹਨਾਂ ਦੀ ਬੇਟੀ ਵੀ ਆ ਰਹੀ ਹੈ ਕੈਨੇਡਾ ਸੋ ਆਈ ਆਈ ਟੋਲਡ ਦੈਟ ਆਮ देयर ਜੇ ਮਤਲਬ ਕਦੇ ਵੀ ਮੇਰੀ ਲੋੜ ਪਵੇ ਤਾਂ ਸ਼ੀ ਇਜ਼ ਜਸਟ ਇੱਕ ਬਹੁਤ ਹੀ ਪਿਓਰ ਸੋਲ ਆ ਐਂਡ ਸ਼ੀ ਇਜ਼ ਅ ਲੈਜੈਂਡ ਲਿਵਿੰਗ ਲੈਜੈਂਡ ਯਾ So what I see is there's so much love that you have for each other. ਤੇ ਵੈਸੇ usually ਇਹ ਕਹਿੰਦੇ ਆ ਨਾ ਵੀ women they don't stand together, they can't stand each other. What do you have to say about such thoughts? No, ਕਈ ਵਾਰ ਨਹੀਂ ਖੜਦੀਆਂ ਨਾਲ ਇਟਸ ਨਾਟ ਕਿ ਹਮੇਸ਼ਾ ਹੀ ਆਪਾਂ ਭੈਣਾ ਖੜੀਆਂ ਰਹਿੰਦੀਆਂ ਬਟ ਲੱਕਲੀ ਇਸ ਫਿਲਮ 'ਚ ਆਈਵ ਮੇਡ ਸੱਚ ਬਿਊਟੀਫੁਲ ਰਿਲੇਸ਼ਨਸ਼ਿਪਸ ਐਂਡ ਅਸੀਂ ਸੱਚੀ ਇੱਕ ਦੂਜੇ ਨਾਲ ਖੜੀਆਂ ਨੇ ਅਦਰਵਾਈਜ਼ all the artists are always busy ma'am ਦੇ ਕਿੰਨੇ shows ਹੁੰਦੇ ਨੇ but she's made it a point shows cancel ਕਰਕੇ promotion ਤੇ ਆਇਆ and nobody generally does that and rishi ma'am ਵੀ ਪਹਿਲੀ ਵਾਰ promotions ਤੇ ਆਇਆ ਕਦੇ ਨਹੀਂ ਗਏ promotions ਤੇ so this is their belief in the project and this is their support. And but in real life do you think women support each other like you guys are supporting each other? How difficult is it to get that kind of support? ਜਾਂ ਮਤਲਬ ਇਹ ਹੁੰਦਾ ਮੇਰੀ support ਤਾਂ ਜੇ ਹਮੇਸ਼ਾ ਆਪਦੀ ਭੈਣਾਂ ਤੋਂ ਮਿਲਿਆ and my mom, my daughters, my mother-in-law and my sister-in-law. I'm lucky that I have a great relationship with the sister-in-law ਨਾਲ ਤੇ ਹੁਣ ਫਿਲਮ ਦੇ ਸਾਰੇ ਮੇਰੇ we were joking ਵੀ ਛੋਟੀਆਂ ਭੈਣਾਂ ਨਾਲ so they've given me immense support and then I've gotten a lot of support from the industry always. They always support my films so yeah. ਮੈਮ ਤੁਹਾਡਾ ਕੀ ਕਹਿਣਾ ਹੈ ਕਿ ਵੀ ਅਸੀਂ ਫੈਮਿਨਿਜ਼ਮ ਦੀ ਗੱਲ ਕਰਦੇ ਹਾਂ ਇਕੁਐਲਿਟੀ ਦੀ ਗੱਲ ਕਰਦੇ ਹਾਂ ਤੇ ਅਸੀਂ ਕੀ ਆਪਸ ਵਿੱਚ ਡੂ ਵਿਮਨ ਸਪੋਰਟ ਈਚ ਅਦਰ ਇੱਕ ਦੂਜੇ ਨੂੰ ਸਪੋਰਟ ਕਰਦੀਆਂ ਨੇ ਕਿ ਵੀ ਇੱਕ ਦੂਜੇ 'ਚ ਉਹ ਕਮੀਆਂ ਲੱਭਣਾ ਜਾਂ ਉਹ ਕਰਨਾ ਕੰਪੈਰੀਜ਼ਨਸ ਕਰਨਾ ਨਹੀਂ ਇਹ ਤਾਂ ਦੇਖੋ ਕਈ ਵਾਰ ਆਮ ਗੱਲਾਂ ਵੀ ਹੁੰਦੀਆਂ ਆਪਾਂ ਉਹਨਾਂ ਨੂੰ ਡੀਪਲੀ ਲੈ ਜਾਂਦੇ ਹਾਂ ਜਿਵੇਂ ਹੁਣ ਮੈਂ ਬਹੁਤ ਪਤਲੀ ਰਹੀ ਹਾਂ ਅਤੇ ਜਦੋਂ ਮੈਂ ਵਿਆਹਾਂ ਦੇ ਪ੍ਰੋਗਰਾਮਾਂ 'ਤੇ ਜਾਂਦੀ ਹਾਂ ਤਾਂ ਮੂਹਰੋਂ ਲੇਡੀਜ਼ ਨੇ ਹੀ ਕਹਿਣਾ ਸਭ ਤੋਂ ਪਹਿਲਾਂ ਤੂੰ ਕੁਛ ਖਾਂਦੀ ਨਹੀਂ ਹਾਂ ਕੁਛ ਖਾ ਲਿਆ ਕਰ ਅਤੇ ਮੇਰੇ ਹਸਬੈਂਡ ਮੋਟੇ ਨੇ ਥੋੜ੍ਹਾ ਜਿਹਾ ਪੇਟ ਵਧਾ ਸਾਰਾ ਕੁਛ ਇਹੀ ਖਾ ਜਾਂਦਾ ਮਤਲਬ ਇਹ ਆਪਣੀ ਆਦਤ ਹੈ ਵੀ ਜਿਹੜਾ ਆਪਣੇ 'ਚ ਵੀਕ ਪੁਆਇੰਟ ਹੈ ਉਹ ਸਭ ਤੋਂ ਪਹਿਲਾਂ ਦਿਸਦਾ ਜਿਹੜੀ ਵੈਸੇ ਤਾਂ ਪਰਮਾਤਮਾ ਨੇ ਆਪਾਂ ਨੂੰ ਪਰਫੈਕਟ ਬਣਾਇਆ ਆਪਾਂ ਇਨਸਾਨ ਹੀ ਹਾਂ ਜਿਹੜੇ ਇੱਕ ਦੂਜੇ 'ਚ ਕਮੀਆਂ ਕੱਢਦੇ ਹਾਂ ਜਾਂ ਆਪਾਂ ਖੁਦ ਆਪਦੇ ਆਪ 'ਚ ਮਹਿਸੂਸ ਕਰਦੇ ਹਾਂ ਪਰ ਪਰਮਾਤਮਾ ਨੇ ਹਰ ਇਨਸਾਨ ਨੂੰ ਪਰਫੈਕਟ ਬਣਾਇਆ ਮੈਂ ਵੂਮੈਨ ਸਪੋਰਟ ਵੀ ਕਰਦੀ ਹੈ ਜੀ ਮਾਂ ਸਭ ਤੋਂ ਵੱਡੀ ਸਪੋਰਟਰ ਹੁੰਦੀ ਆ ਆਪਣੀ ਹੈ ਨਾ ਉਦੋਂ ਵੱਡੀ ਸਪੋਰਟਰ ਤਾਂ ਮੈਂ ਕਹਿੰਦੀ ਜੇ ਮਾਂ ਸਪੋਰਟਰ ਹੈ ਅਤੇ ਪਰਮਾਤਮਾ ਦੋਨੇ ਬਰਾਬਰ ਅਤੇ ਬਾਕੀ ਮੈਂ ਇੱਕ ਗੱਲ ਕਹਾਂਗੀ ਇਹ ਮੈਸੇਜ ਹੈ ਗਾਣੇ ਰਾਹੀਂ ਇਸ ਮੂਵੀ ਦਾ ਥੀਮ ਵੀ ਹੈ ਇਸ 'ਚ ਦਿਲ ਮੰਗੇ ਤੇ ਔਰਤ ਕੀ ਕਰ ਸਕਦੀ ਹੈ ਦਿਲ ਮੰਗੇ ਦਿਲ ਦੇਵਾਂ ਜਾਨ ਮੰਗੇ ਜਾਨ ਦੇਵਾਂ ਦਿਲ ਮੰਗੇ ਦਿਲ ਮੰਗੇ ਦਿਲ ਦੇਵਾਂ ਜਾਨ ਮੰਗੇ ਜਾਨ ਦੇਵਾਂ ਤਾਂ ਵੀ ਮੰਨਦਾ ਨਹੀਂ ਪੁੱਤ ਸਰਦਾਰਾਂ ਦਾ ਮੰਨਦਾ ਨਹੀਂ ਪੁੱਤ ਸਰਦਾਰਾਂ ਦਾ ਨੀ ਉਹ ਮੁੱਲ ਨਹੀਂ ਜਾਣਦਾ ਨੀ ਉਹ ਮੁੱਲ ਨਹੀਂ ਜਾਣਦਾ ਯਾਰਾਂ ਦਾ ਨੀ ਉਹ ਮੁੱਲ ਨਹੀਂ ਜਾਣਦਾ ਪਿਆਰਾਂ ਦਾ ਆਕੜਾਂ ਦੇ ਵਿੱਚ ਹਰਦਮ ਰਹਿੰਦਾ ਨਾ ਕੁਝ ਸੁਣਦਾ
ਨਾ ਕੁਝ ਕਹਿੰਦਾ, ਆਕੜਾਂ ਦੇ ਵਿੱਚ ਹਰਦਮ ਰਹਿੰਦਾ, ਨਾ ਕੁਝ ਸੁਣਦਾ ਨਾ ਕੁਝ ਕਹਿੰਦਾ, ਦਿਲ ਜ਼ਖਮੀ ਨੀ ਉਹਦੀਆਂ ਮਾਰਾਂ ਦਾ, ਜ਼ਖਮੀ ਨੀ ਉਹਦੀਆਂ ਮਾਰਾਂ ਦਾ, ਨੀ ਉਹ ਮੁੱਲ ਨਹੀਂ ਜਾਣਦਾ। ਤੇ ਇਸ ਮੂਵੀ ਦੇ ਅੰਦਰ ਆਈ ਸ਼ਿਕਾਇਤ ਹੈ ਕਿ ਮੁੱਲ ਜਾਣੋ ਸਾਡਾ। ਕਿੰਨੇ ਸੁੰਦਰਤਾ ਨਾਲ, ਕਿੰਨੇ ਪਿਆਰੇ ਸ਼ਬਦਾਂ ਨਾਲ ਤੁਸੀਂ ਇਹ ਮੈਸੇਜ ਜੋ ਇਸ ਮੂਵੀ ਦਾ ਹੈਗਾ ਉਹ ਤੁਸੀਂ ਕਨਵੇ ਕੀਤਾ ਹੈ। ਜਾਂਦੇ ਜਾਂਦੇ ਤੁਸੀਂ ਆਪਣੇ ਆਡੀਅנס ਲਈ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਦੋਨੋਂ? ਬੂਹੇ ਬਾਰੀਆਂ ਦੇਖਿਓ ਜ਼ਰੂਰ, 15 ਸਤੰਬਰ ਨੂੰ ਫਿਲਮ ਰਿਲੀਜ਼ ਹੋਈ ਹੈ। ਜੇ ਤੁਸੀਂ ਟ੍ਰੇਲਰ ਨਹੀਂ ਦੇਖਿਆ ਹਜੇ ਤੱਕ, ਪਲੀਜ਼ ਟ੍ਰੇਲਰ ਜ਼ਰੂਰ ਦੇਖਿਓ ਐਂਡ ਸਾਡੀ ਫਿਲਮ ਨੂੰ ਜ਼ਰੂਰ ਦੇਖਿਓ। ਥੈਂਕ ਯੂ ਸੋ ਮਚ। ਵਿਦ ਫੈਮਿਲੀ 15 ਤਰੀਕ ਨੂੰ ਬੂਹੇ ਬਾਰੀਆਂ ਜ਼ਰੂਰ ਦੇਖਿਓ। ਤੇ ਜਦੋਂ ਤੁਸੀਂ ਹੌਸਲਾ ਦਿਓਗੇ, ਫਿਰ ਪ੍ਰੋਡਿਊਸਰ, ਡਾਇਰੈਕਟਰ ਨੀਰੂ ਜੀ, ਸੰਤੋਸ਼ ਜੀ, ਜਿਹਨੇ ਪੂਰੀ ਟੀਮ ਹੈ ਸਾਰੇ ਜੋ ਦੇਖ ਮਤਲਬ ਲੇਡੀਜ਼ ਇਹਦੇ ਅੰਦਰ ਕੰਮ ਕਰ ਰਹੀਆਂ, ਫਿਰ ਉਹਨਾਂ ਦਾ ਅੱਗੇ ਸਟੈਪ ਹੋਰ ਚੱਕਣ ਨੂੰ ਜੀ ਕਰੂਗਾ, ਫਿਰ ਹੌਸਲਾ ਵੱਧਦਾ। ਤੇ ਇਸ ਹੌਸਲੇ ਲਈ 15 ਤਰੀਕ ਨੂੰ ਤੁਸੀਂ ਬੂਹੇ ਬਾਰੀਆਂ ਦੇਖਣ ਜ਼ਰੂਰ ਆਓ। ਥੈਂਕ ਯੂ। ਮੈਸੇਜ ਬਹੁਤ ਕਲੀਅਰ ਹੈ। ਇੰਨੀ ਇੰਪੋਰਟੈਂਟ ਫਿਲਮ ਹੈ ਕਿਉਂਕਿ ਸਬਜੈਕਟ ਇੰਨਾ ਜ਼ਰੂਰੀ ਹੈ ਸਾਰਿਆਂ ਤੱਕ ਪਹੁੰਚਣਾ। ਤੇ ਜਿਵੇਂ ਨੀਰੂ ਤੇ ਜਸਵਿੰਦਰ ਮੈਮ ਨੇ ਕਿਹਾ ਹੈ 15 ਤਰੀਕ ਨੂੰ ਮੂਵੀ ਰਿਲੀਜ਼ ਹੋ ਰਹੀ ਹੈ, ਪਹਿਲਾਂ ਟ੍ਰੇਲਰ ਦੇਖੋ ਤੇ ਫਿਰ ਮੂਵੀ ਦੇਖ ਕੇ ਇੰਜੋਏ ਕਰੋ। ਸਾਡੇ ਨਾਲ ਜੁੜੇ ਰਹਿਣ ਲਈ ਥੈਂਕ ਯੂ।